ਜਦੋਂ ਮੈਂ 12ਵੀਂ ਪਾਸ ਕਰ ਲਈ ਅਤੇ ਮੈਂ 19 ਸਾਲਾਂ ਦੀ ਹੋਈ, ਤਾਂ ਮੇਰੇ ਪਾਪਾ ਨੇ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੇਰੀ ਮਾਂ ਰੋਜ਼ ਮੇਰੇ ਕੋਲ ਆਉਂਦੀ ਤੇ ਮੈਨੂੰ ਬੜੇ ਪਿਆਰ ਨਾਲ ਖਾਣਾ ਖਵਾਉਂਦੀ। ਉਸ ਖਾਣੇ ਨੂੰ ਖਾਂਦੇ ਹੀ ਫੌਰਨ ਮੈਨੂੰ ਨੀਂਦ ਆ ਜਾਂਦੀ। ਸੁਬਾਹ ਉੱਠਦੀ ਤਾਂ ਮੈਨੂੰ ਕੁਝ ਅਜੀਬ ਜਿਹਾ ਲੱਗਦਾ। ਇੱਕ ਦਿਨ ਮੈਂ ਬਹਾਨਾ ਬਣਾ ਕੇ ਭੁੱਖੀ ਹੀ ਸੌਂ ਗਈ, ਲੇਕਿਨ ਥੋੜੀ ਹੀ ਦੇਰ ਬਾਅਦ ਅੱਜ ਮੇਰੇ ਪਤੀ ਰਵੀ ਨੂੰ ਆਉਣ ਵਿੱਚ ਕਾਫੀ ਦੇਰ ਹੋ ਗਈ ਸੀ। ਰਾਤ ਦੇ 8 ਵੱਜ ਗਏ। ਅੱਗੇ ਉਹ ਸ਼ਾਮ ਨੂੰ 6 ਵਜੇ ਘਰ ਆ ਜਾਂਦੇ ਸੀ। ਥੋੜੀ ਦੇਰ ਬਾਅਦ ਦਰਵਾਜ਼ੇ ਤੇ ਕੋਈ ਆਇਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਰਵੀ ਬਿਨਾਂ ਨਮਸਤੇ ਕੀਤੇ ਤੇ ਬਿਨਾਂ ਮੇਰਾ ਹਾਲ ਚਾਲ ਪੁੱਛੇ ਘਰ ਦੇ ਅੰਦਰ ਆ ਗਿਆ। ਉਹ ਬਹੁਤ ਹੀ ਗਰਮ ਦਿਖ ਰਿਹਾ ਸੀ। ਮੈਂ ਸਮਝ ਗਈ ਕਿ ਅਜਿਹੀ ਕੋਈ ਗੱਲ ਜ਼ਰੂਰ ਹੋਈ ਹੋਣੀ ਹੈ ਜਿਸ ਨਾਲ ਉਹ ਅੱਜ ਇੰਨਾ ਗੁੱਸੇ ਵਿੱਚ ਹੈ। ਉਹ ਘਰ ਆਉਂਦੇ ਹੀ ਸਿੱਧਾ ਮੇਰੀ ਬੇਟੀ ਰੀਨਾ ਦੇ ਕਮਰੇ ਵਿੱਚ ਚਲਾ ਗਿਆ। ਰੀਨਾ ਆਪਣੇ ਕਮਰੇ ਵਿੱਚ ਨਹੀਂ ਸੀ। ਉਹ ਦੇਖ ਕੇ ਬੇਹੱਦ ਗੁੱਸੇ ਹੋਇਆ। ਉਹ ਮੇਰੇ ਉੱਤੇ ਚੀਕਣ ਲੱਗਾ ਕਿ ਰੀਨਾ ਇਸ ਵਕਤ ਕਿੱਥੇ ਗਈ ਹੈ। ਮੈਂ ਕਿਹਾ ਇੱਥੇ ਹੀ ਛੱਤ ਤੇ ਹੋਵੇਗੀ, ਇਹਨਾਂ ਕਿਉਂ ਚਲਾ ਰਹੇ ਹੋ। ਫਿਰ ਉਹ ਛੱਤ ਤੇ ਗਲੀ ਦੇ ਵਿੱਚ ਪਾਗਲਾਂ ਦੀ ਤਰ੍ਹਾਂ ਲੱਭਣ ਲੱਗਾ। ਉਹ ਬਾਥਰੂਮ ਵਿੱਚ ਗਈ ਹੋਈ ਸੀ। ਉਸਨੇ ਆਉਂਦੇ ਹੀ ਰਵੀ ਦਾ ਗੁੱਸਾ ਸੱਤਵੇਂ ਆਸਮਾਨ ਤੇ ਚਲਾ ਗਿਆ। ਉਹ ਰੀਨਾ ਦਾ ਹੱਥ ਫੜ ਕੇ ਦੂਜੇ ਕਮਰੇ ਵਿੱਚ ਲੈ ਗਿਆ। ਰੀਨਾ ਚਲਾਉਂਦੇ ਹੋਏ ਰਵੀ ਤੋਂ ਆਪਣਾ ਹੱਥ ਛੁਡਾਉਣ ਲੱਗੀ। ਰਵੀ ਬਹੁਤ ਹੀ ਗੁੱਸੇ ਵਿੱਚ ਸੀ। ਉਸਨੇ ਆਪਣੀ ਬੇਟੀ ਨੂੰ ਕਮਰੇ ਵਿੱਚ ਸੁੱਟਿਆ ਅਤੇ ਕੁੰਡੀ ਲਗਾ ਲਈ। ਰੀਨਾ ਦੀਆਂ ਚੀਕਾਂ ਗੁਆਂਢੀਆਂ ਤੱਕ ਜਾ ਰਹੀਆਂ ਸਨ। ਮੈਨੂੰ ਬਹੁਤ ਸ਼ਰਮ ਆ ਰਹੀ ਸੀ ਕਿ ਆਖਰ ਰਵੀ ਐਸਾ ਕਿਉਂ ਕਰ ਰਹੇ ਆ। ਮੈਂ ਰਵੀ ਉੱਤੇ ਬੋਲਣ ਅਤੇ ਚਿੜਾਉਣ ਲੱਗੀ ਕਿ ਤੁਸੀਂ ਜਵਾਨ ਕੁੜੀ ਨੂੰ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਤੁਸੀਂ ਕਿਉਂ ਕੁੜੀ ਨੂੰ ਕਮਰੇ ਵਿੱਚ ਬੰਦ ਕੀਤਾ ਹੈ। ਉਹ ਬੋਲੀ ਤੇ ਚੁੱਪ ਰਹਿ, ਜਿਸ ਗੱਲ ਦੀ ਸਮਝ ਨਹੀਂ ਉਸਨੇ ਨਹੀਂ ਬੋਲੀਦਾ। ਖਬਰਦਾਰ ਜੇ ਤੂੰ ਇਸਨੂੰ ਇਸ ਤਰ੍ਹਾਂ ਬਾਹਰ ਨਿਕਲਣ ਦਿੱਤਾ ਮੇਰੀ ਇਜਾਜ਼ਤ ਦੇ ਬਗੈਰ, ਰੀਨਾ ਇਸ ਕਮਰੇ ਵਿੱਚ ਹੀ ਕੈਦ ਰਹੇਗੀ। ਨਾ ਹੀ ਇਹ ਬਾਹਰ ਜਾਏਗੀ ਤੇ ਨਾ ਹੀ ਇਸਨੂੰ ਕੋਈ ਮਿਲੇਗਾ। ਰਵੀ ਦੇ ਤੇਵਰ ਦੇਖ ਕੇ ਮੈਂ ਬਹੁਤ ਡਰ ਗਈ। ਮੈਨੂੰ ਸ਼ੱਕ ਹੋ ਰਿਹਾ ਸੀ ਕਿ ਰੀਨਾ ਰਵੀ ਦੀ ਸਕੀ ਬੇਟੀ ਵੀ ਆ ਜਾਂ ਨਹੀਂ। ਦਰਅਸਲ ਮੈਂ ਰੀਨਾ ਦੀ ਸੁਤੇਲੀ ਮਾਂ ਸੀ। ਉਸਦੇ ਬਾਪ ਨੇ ਮੇਰੇ ਨਾਲ ਦੂਜਾ ਵਿਆਹ ਕੀਤਾ ਸੀ। ਰੀਨਾ ਦੀ ਪਹਿਲੀ ਮਾਂ ਮਰ ਚੁੱਕੀ ਸੀ। ਉਹ ਆਪਣੀ ਮਾਂ ਨੂੰ ਯਾਦ ਕਰਕੇ ਬਹੁਤ ਰੋਂਦੀ। ਮੈਂ ਉਸਨੂੰ ਪਿਆਰ ਮੁਹੱਬਤ ਦੇਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਲੱਖ ਕੋਸ਼ਿਸ਼ ਦੇ ਬਾਅਦ ਵੀ ਉਹ ਮੇਰੇ ਨਾਲ ਘੁਲ ਮਿਲ ਨਾ ਸਕੀ। ਉਸਨੂੰ ਕਮਰੇ ਵਿੱਚ ਦੇਖ ਕੇ ਮੇਰਾ ਦਮ ਘੁੱਟਦਾ। ਮੈਂ ਰਵੀ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਤੁਸੀਂ ਉਸਨੂੰ ਕਮਰੇ ਵਿੱਚੋਂ ਕੱਢ ਦਿਓ, ਪਰ ਉਸਨੇ ਮੇਰੀ ਗੱਲ ਨਾ ਮੰਨੀ। ਉਸਨੇ ਰੀਨਾ ਆਪਣੇ ਕਮਰੇ ਵਿੱਚ ਚਲਾ ਚਲਾ ਕੇ ਰੋ ਰਹੀ ਸੀ। ਮੈਂ ਉਸਨੂੰ ਖਾਣਾ ਦੇਣ ਗਈ ਤਾਂ ਉਸਨੇ ਮੇਰੇ ਪੈਰ ਪਕੜ ਲਏ। ਕਿਹਾ ਮੰਮੀ ਜੀ, ਤੁਸੀਂ ਮੈਨੂੰ ਬਚਾ ਲਓ। ਪਾਪਾ ਤੋਂ ਪੁੱਛੋ ਮੇਰੀ ਕੀ ਗਲਤੀ ਆ ਕਿ ਮੈਂ ਆਪਣੀਆਂ ਸਹੇਲੀਆਂ ਨਾਲ ਵੀ ਨਹੀਂ ਮਿਲ ਸਕਦੀ। ਉਹ ਮੇਰੇ ਪੈਰਾਂ ਵਿੱਚ ਪਈ ਰੋ ਰਹੀ ਸੀ। ਮੈਂ ਤੇਰੇ ਲਈ ਕੀ ਕਰ ਸਕਦੀ ਹਾਂ ਪੁੱਤਰ, ਤੂੰ ਜਾਣਦੀ ਆ ਨਾ ਰਵੀ ਤਾਂ ਗੁੱਸੇ ਵਿੱਚ ਕਿੰਨਾ ਜ਼ਾਲਮ ਆ। ਉਸਨੇ ਮੈਨੂੰ ਵੀ ਨਹੀਂ ਛੱਡਣਾ। ਜੇ ਮੈਂ ਤੈਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕੀਤੀ। ਕਮਰੇ ਵਿੱਚ ਇਹ ਗੱਲਾਂ ਕਰ ਰਹੀ ਸੀ ਕਿ ਇਹਨੇ ਨੂੰ ਫੋਨ ਦੀ ਘੰਟੀ ਵੱਜੀ। ਮੈਂ ਫੋਨ ਚੱਕਿਆ ਤਾਂ ਮੇਰੀ ਨਣਦ ਦਾ ਫੋਨ ਆਇਆ। ਉਸਨੇ ਕਿਹਾ ਮੈਂ ਆਪਣੇ ਬੇਟੇ ਕਿਸ਼ਨ ਦਾ ਵਿਆਹ ਧਰ ਦਿੱਤਾ ਹੈ। ਲੜਕੀ ਵਾਲੇ ਜਲਦੀ ਵਿਆਹ ਮੰਗ ਰਹੇ ਆ ਤੇ ਤੁਸੀਂ ਜ਼ਰੂਰ ਆਣਾ। ਵਿਆਹ ਦੀ ਖਬਰ ਸੁਣ ਕੇ ਮੈਂ ਖੁਸ਼ ਹੋਈ ਤੇ ਸੋਚਿਆ ਕਿ ਰੀਨਾ ਨੂੰ ਆਪਣੇ ਨਾਲ ਲੈ ਕੇ ਜਾਵਾਂ। ਯਕੀਨਨ ਉਸਦੇ ਪਾਪਾ ਇੰਨੀ ਕਰੀਬੀ ਸ਼ਾਦੀ ਵਿੱਚ ਜਾਣ ਤੋਂ ਨਹੀਂ ਰੁਕੇਗਾ। ਸ਼ਾਮ ਨੂੰ ਰੀਨਾ ਦੇ ਪਾਪਾ ਘਰ ਆਏ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਦੀਦੀ ਦਾ ਫੋਨ ਆਇਆ ਸੀ। ਉਹਨਾਂ ਨੇ ਕਿਹਾ ਮੇਰੇ ਬੇਟੇ ਦੀ ਸ਼ਾਦੀ ਏ ਕਿ ਆਪਾਂ ਰੀਨਾ ਨੂੰ ਵੀ ਨਾਲ ਲੈ ਚੱਲਾਂਗੇ। ਉਸਦੇ ਪਾਪਾ ਨੇ ਮਨਾ ਕਰ ਦਿੱਤਾ ਤੇ ਮੈਂ ਕਿਹਾ ਜੇ ਆਪਾਂ ਰੀਨਾ ਨੂੰ ਨਾਲ ਲੈ ਕੇ ਗਏ ਤਾਂ ਲੋਕਾਂ ਨੇ 100 ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਕਹਿਣਾ ਸੁਤੇਲੀ ਮਾਂ ਸੀ ਤਾਂ ਹੀ ਨਹੀਂ ਲੈ ਕੇ ਆਈ। ਉਹ ਕਹਿੰਦੇ ਠੀਕ ਆ, ਪਰ ਇੱਕ ਗੱਲ ਦਾ ਧਿਆਨ ਰੱਖੀ, ਰੀਨਾ ਕਿਤੇ ਚਲੀ ਨਾ ਜਾਵੇ। ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਮੈਂ ਤੈਨੂੰ ਨਹੀਂ ਛੱਡਾਂਗਾ। ਰੀਨਾ ਕਾਫੀ ਤੇਜ਼ ਸੀ, ਪਰ ਆਖਿਰਕਾਰ ਰੀਨਾ ਬੇਟੀ ਦਾ ਕਸੂਰ ਕੀ ਸੀ ਇਹ ਨਹੀਂ ਦੱਸਿਆ। ਮੈਂ ਰੀਨਾ ਨੂੰ ਦੱਸਿਆ ਕਿ ਆਪਾਂ ਵਿਆਹ ਤੇ ਚੱਲਾਂਗੇ ਤੇਰੀ ਭੂਆ ਜੀ ਦੇ ਬੇਟੇ ਦੇ। ਰੀਨਾ ਨੇ ਕਿਹਾ ਮੈਂ ਆਪਣੀਆਂ ਸਹੇਲੀਆਂ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਜਿਸ ਨੂੰ ਮਰਜ਼ੀ ਮਿਲ ਲਈ। ਵਿਆਹ ਵਾਲਾ ਦਿਨ ਆ ਗਿਆ ਤੇ ਅਸੀਂ ਵਿਆਹ ਤੇ ਚਲੇ ਗਏ। ਮੈਂ ਉਸਨੂੰ ਉਸਦੀਆਂ ਸਹੇਲੀਆਂ ਨਾਲ ਮਿਲਵਾਇਆ, ਪਰ ਉਹ ਬਹੁਤ ਬੇਤਾਬੀ ਨਾਲ ਕਿਸੇ ਹੋਰ ਦਾ ਇੰਤਜ਼ਾਰ ਕਰ ਰਹੀ ਸੀ। ਪਰ ਉਸਦਾ ਅੰਦਾਜ਼ ਦੱਸ ਰਿਹਾ ਸੀ ਕਿ ਉਹ ਕਿਸੇ ਨੂੰ ਕੁਝ ਦੱਸਣਾ ਚਾਹੁੰਦੀ ਸੀ। ਤਕਰੀਬਨ ਸ਼ਾਮ ਨੂੰ 7 ਵੱਜ ਗਏ ਤੇ ਸਾਰੇ ਲੋਕ ਬਰਾਤ ਲੈ ਕੇ ਜਾਣ ਲਈ ਗੱਡੀਆਂ ਵਿੱਚ ਬੈਠ ਗਏ। ਮੈਂ ਦੇਖਿਆ ਰੀਨਾ ਚੋਰੀ ਚੋਰੀ ਦੱਬੇ ਪੈਰੀ ਭੀੜ ਚੋਂ ਨਿਕਲ ਗਈ। ਜੇ ਮੈਂ ਰੀਨਾ ਨੂੰ ਪਿੱਛੋਂ ਆਵਾਜ਼ ਮਾਰਦੀ ਤਾਂ ਉਸਨੂੰ ਕੁਝ ਕਹਿੰਦੀ
ਤਾਂ ਉਸਨੇ ਮੇਰੇ ਨਾਲ ਹੀ ਵਿਗੜ ਜਾਣਾ ਸੀ ਤੇ ਮੁਸ਼ਕਲ ਪੈਦਾ ਹੋ ਜਾਂਦੀ। ਮੈਨੂੰ ਸਮਝ ਆ ਰਿਹਾ ਸੀ ਕਿ ਇਹ ਪਿਆਰ ਮੁਹੱਬਤ ਦਾ ਮਾਮਲਾ ਤਾਂ ਨਹੀਂ। ਮੈਂ ਵੀ ਇਸਦੇ ਪਿੱਛੇ-ਪਿੱਛੇ ਤੁਰ ਪਈ। ਰੀਨਾ ਆਟੋ ਵਿੱਚ ਬੈਠ ਕੇ ਚਲੀ ਗਈ। ਮੈਂ ਵੀ ਇਸਦੇ ਪਿੱਛੇ-ਪਿੱਛੇ ਆਟੋ ਵਿੱਚ ਜਾ ਰਹੀ ਸੀ। ਮੈਨੂੰ ਪਰੇਸ਼ਾਨੀ ਹੋਣ ਲੱਗੀ। ਮੈਂ ਸੋਚਿਆ, ਜੇ ਰੀਨਾ ਉੱਥੇ ਕਿਤੇ ਗੁੰਮ ਗਈ ਤਾਂ ਮੇਰਾ ਕੀ ਹੋਵੇਗਾ? ਉਹ ਆਟੋ ਉਸ ਥਾਂ ਤੇ ਚਲਾ ਗਿਆ ਜਿੱਥੇ ਸ਼ਰੀਫ ਲੋਕ ਨਹੀਂ ਰਹਿ ਰਹੇ ਸੀ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰੀ ਬੇਟੀ, ਜਾਣੀ ਕਿ ਰਵੀ ਦੀ ਬੇਟੀ, ਐਸਾ ਕੰਮ ਵੀ ਕਰ ਸਕਦੀ ਹੈ। ਰਾਤ ਦੇ ਹਨੇਰੇ ਵਿੱਚ ਉੱਥੇ ਆਏ ਜਿੱਥੇ ਸ਼ਰੀਫ ਲੋਕ ਉੱਥੋਂ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ। ਮੇਰੀ ਬੇਟੀ ਉੱਥੇ ਜਾ ਰਹੀ ਸੀ। ਟੈਕਸੀ ਵਾਲਾ ਸਮਝ ਗਿਆ ਕਿ ਇਹ ਕਿਹੜਾ ਇਲਾਕਾ ਹੈ। ਆਸੇ-ਪਾਸੇ ਗਾਣਿਆਂ ਦੀਆਂ ਆਵਾਜ਼ਾਂ ਤੇ ਸ਼ਰਾਬਾਂ ਦਾ ਇਸਤੇਮਾਲ, ਦਰਵਾਜ਼ੇ ਖਿੜਕੀਆਂ ਤੇ ਖੁਸ਼ਬੂ ਆ ਰਹੀ ਸੀ। ਇਹ ਆਇਸ਼ਖਾਨੇ ਦਾ ਸ਼ਹਿਰ ਸੀ। ਸਾਰੇ ਪਾਸੇ ਨਜ਼ਰਾਂ ਦੇ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਹ ਇਲਾਕਾ ਕਿਹੜਾ। ਆਟੋ ਬੰਗਲੇ ਦੇ ਸਾਹਮਣੇ ਜਾ ਕੇ ਰੁਕ ਗਿਆ ਸੀ। ਖੂਬਸੂਰਤ ਬੰਗਲੇ ਦੇ ਸਾਹਮਣੇ ਦੋ ਸਿਕਿਉਰਿਟੀ ਗਾਰਡ ਸੀ। ਉਹ ਘਰ ਦੇ ਸਾਹਮਣੇ ਦਾ ਮਾਹੌਲ ਬੜਾ ਹੀ ਅਜੀਬ ਸੀ। ਮੈਂ ਆਟੋ ਵਾਲੇ ਨੂੰ ਕਿਹਾ ਵੀ ਥੋੜਾ ਅੱਗੇ ਜਾ ਕੇ ਉਤਾਰ ਦੇ। ਉਹ ਮੈਨੂੰ ਕਹਿਣ ਲੱਗਿਆ, ਦੀਦੀ, ਇਹ ਮੁਹੱਲਾ ਤੁਹਾਡੇ ਲਈ ਸੇਫ ਨਹੀਂ। ਤੁਸੀਂ ਸ਼ਰੀਫ ਘਰਾਣੇ ਦੀ ਔਰਤ ਲੱਗਦੇ ਹੋ। ਮੈਂ ਤਾਂ ਆਪ ਨੂੰ ਇਹੀ ਕਹੂੰਗਾ ਕਿ ਤੁਸੀਂ ਉੱਥੇ ਨਾ ਜਾਓ। ਤੁਹਾਨੂੰ ਮੁਸ਼ਕਲ ਆ ਸਕਦੀ ਹੈ ਤੇ ਮੈਂ ਜਾਣਦਾ ਹਾਂ ਕਿ ਤੁਸੀਂ ਉਸ ਲੜਕੀ ਦੇ ਪਿੱਛੇ ਆਏ ਹੋ। ਜਦੋਂ ਇਹ ਇੱਥੋਂ ਨਿਕਲਣਗੇ ਤਾਂ ਤੁਸੀਂ ਉਦਾਂ ਹੀ ਉਹਨਾਂ ਦੇ ਨਾਲ ਗੱਲ ਕਰ ਲਿਓ, ਪਰ ਅੰਦਰ ਜਾਣਾ ਸਹੀ ਨਹੀਂ ਹੋਵੇਗਾ। ਮੈਨੂੰ ਡਰਾਈਵਰ ਦੀ ਗੱਲ ਸਹੀ ਲੱਗੀ। ਮੈਂ ਇਹੋ ਜਿਹੇ ਮਾਹੌਲ ਵਿੱਚ ਕਦੇ ਨਹੀਂ ਗਈ ਸੀ। ਮੈਂ ਬਾਹਰ ਖੜ ਕੇ ਉਸਦਾ ਇੰਤਜ਼ਾਰ ਕਰਨ ਲੱਗੀ। ਮਗਰ ਬੰਗਲੇ ਦੇ ਸਾਹਮਣੇ ਦੋ ਸਿਕਿਉਰਿਟੀ ਗਾਰਡ ਖੜਿਆਂ ਨੇ ਸਾਨੂੰ ਵੇਖ ਲਿਆ। ਉਹਨਾਂ ਨੇ ਸਾਨੂੰ ਇੱਥੋਂ ਜਾਣ ਲਈ ਕਿਹਾ। ਡਰਾਈਵਰ ਨੇ ਬੋਡੀਗਾਰਡ ਤੋਂ ਬਚਣ ਤੋਂ ਲਈ ਕੋਈ ਮਸ਼ਹੂਰ ਲੀਲਾ ਬਾਈ ਦਾ ਨਾਂ ਲੈ ਦਿੱਤਾ। ਕਿਹਾ ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹਾਂ। ਫਿਰ ਬਾਡੀਗਾਰਡਾਂ ਨੇ ਮੈਨੂੰ ਦੇਖ ਲਿਆ, ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ। 1 ਘੰਟਾ ਬੀਤ ਗਿਆ, ਪਰ ਰੀਨਾ ਅਜੇ ਤੱਕ ਬਾਹਰ ਨਾ ਆਈ। ਮੇਰੇ ਹੱਥ ਪੈਰ ਸੁੰਨ ਹੋਣ ਲੱਗੇ। ਮੈਂ ਡਰਾਈਵਰ ਨੂੰ ਕਿਹਾ, ਮੈਂ ਅੰਦਰ ਜਾ ਕੇ ਦੇਖ ਕੇ ਆਉਂਦੀ ਹਾਂ। ਡਰਾਈਵਰ ਨੇ ਕਿਹਾ, ਇਹ ਬਹੁਤ ਗਰਮ ਦਿਮਾਗ ਦੇ ਹਨ। ਜੋ ਅੰਦਰ ਚਲਿਆ ਗਿਆ, ਉਸਦੇ ਲਈ ਬਾਹਰ ਦੇ ਰਸਤੇ ਬੰਦ ਹੋ ਜਾਂਦੇ ਨੇ। ਡਰਾਈਵਰ ਨੇ ਕਿਹਾ, ਇਹ ਤੁਹਾਡੇ ਲਈ ਵਧੀਆ ਹੈ ਕਿ ਤੁਸੀਂ ਘਰ ਚਲੇ ਜਾਓ। ਮੈਂ ਡਰਾਈਵਰ ਦੀ ਅੱਖੇ ਲਾ ਕੇ ਘਰ ਆ ਗਈ, ਪਰ ਮੇਰੇ ਦਿਲ ਦੀ ਦੁਨੀਆ ਲੁੱਟੀ ਗਈ ਸੀ। ਸਮਝ ਨਹੀਂ ਆ ਰਿਹਾ ਸੀ ਕਿ ਮੈਂ ਰਵੀ ਨੂੰ ਕੀ ਦੱਸਾਂਗੀ ਕਿ ਰੀਨਾ ਕਿੱਧਰ ਗਈ। ਫਿਰ ਮੈਂ ਇਹ ਗੱਲ ਆਪਣੀ ਇੱਕ ਸਹੇਲੀ ਨਾਲ ਸਾਂਝੀ ਕੀਤੀ। ਮੇਰੀ ਸਹੇਲੀ ਨੇ ਮੈਨੂੰ ਤਸੱਲੀ ਕੀਤੀ, ਅਜਿਹੇ ਮਾਮਲਿਆਂ ਵਿੱਚ ਲੜਕੀਆਂ ਤੇ ਇਤਬਾਰ ਨਹੀਂ ਕਰੀਦਾ। ਪਰ ਵਧੀਆ ਗੱਲ ਇਹ ਹੈ ਕਿ ਤੂੰ ਉਹ ਕੋਠੀ ਦਾ ਪਤਾ ਜਾਣਦੀ ਆ। ਹੁਣ ਆਪਾਂ ਉਸਨੂੰ ਉੱਥੋਂ ਲੈ ਕੇ ਆਵਾਂਗੇ। ਪੁਲਿਸ ਦੀ ਮਦਦ ਨਾਲ ਕਾਰਵਾਈ ਵੀ ਕਰਵਾ ਸਕਦੇ ਹਾਂ। ਪਰ ਮੈਂ ਇਹ ਜਾਣਦੀ ਸੀ ਕਿ ਰੀਨਾ ਕਿਸੇ ਨੂੰ ਪਿਆਰ ਨਹੀਂ ਕਰਦੀ। ਜੇ ਉਸਨੇ ਕਿਸੇ ਲੜਕੇ ਨਾਲ ਸ਼ਾਦੀ ਕਰਨੀ ਹੁੰਦੀ ਤਾਂ ਉਹ ਆਪਣੇ ਪਾਪਾ ਨੂੰ ਜ਼ਰੂਰ ਦੱਸਦੀ। ਪਰ ਕੋਈ ਅਜਿਹਾ ਉਹਨਾਂ ਵਿੱਚ ਜ਼ਰੂਰ ਸੀ ਜਿਸ ਨਾਲ ਉਹ ਗੱਲ ਨਹੀਂ ਕਰਦੇ ਸਨ। ਮੇਰੇ ਆਉਣ ਤੇ ਉਹ ਦੋਨੋਂ ਚੁੱਪ ਹੋ ਜਾਂਦੇ। ਰੀਨਾ ਦੇ ਪਾਪਾ ਵੀ ਘਰ ਆ ਗਏ ਤੇ ਪੁੱਛਣ ਲੱਗੇ ਕਿ ਰੀਨਾ ਤੇਰੇ ਨਾਲ ਆ ਗਈ। ਮੈਂ ਉਹਨਾਂ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਉਹ ਗੁੱਸੇ ਵਿੱਚ ਮੈਨੂੰ ਬੁਰਾ ਭਲਾ ਕਹਿਣ ਲੱਗੇ। ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਥਾਣੇ ਚੱਲਣਾ ਚਾਹੀਦਾ ਹੈ। ਰਵੀ ਨੇ ਕਿਹਾ, ਅਜਿਹਾ ਨਹੀਂ ਕਰਨਾ। ਪਹਿਲਾਂ ਮੈਂ ਖੁਦ ਉੱਥੇ ਜਾਵਾਂਗਾ। ਰਵੀ ਨੂੰ ਇਸ ਜਗ੍ਹਾ ਦਾ ਪਤਾ ਨਹੀਂ ਸੀ ਜਿੱਥੇ ਮੈਂ ਗਈ ਸੀ, ਪਰ ਮੈਂ ਹੈਰਾਨ ਰਹਿ ਗਈ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਸਭ ਜਾਣਦਾ। ਉਹ ਲੀਲਾ ਬਾਈ ਦੇ ਮਸ਼ਹੂਰ ਬਾਜ਼ਾਰ ਵਿੱਚ ਕਿਸ ਦੇ ਕੋਲ ਗਈ ਆ। ਇਹ ਵੀ ਜਾਣਦਾ ਹਾਂ ਕਿ ਉਹ ਕਿਸ ਕੰਮ ਲਈ ਉੱਥੇ ਗਈ ਹੈ। ਇਕੱਲੇ ਹੀ ਰੀਨਾ ਨੂੰ ਉਹ ਲੈਣ ਚਲੇ ਗਏ। ਮੈਂ ਰਵੀ ਦੀਆਂ ਗੱਲਾਂ ਤੇ ਗੌਰ ਕਰਨ ਲੱਗੀ ਕਿ ਲੀਲਾ ਬਾਈ ਦੇ ਕੋਠੇ ਵਿੱਚ ਅਜਿਹਾ ਕੀ ਆ ਜਿੱਥੇ ਬੇਟੀ ਵੀ ਜਾ ਕੇ ਬੈਠ ਗਈ ਤੇ ਬਾਪ ਨੂੰ ਵੀ ਇਸਦੇ ਟਿਕਾਣੇ ਦਾ ਪਤਾ। ਮੇਰੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਰੀਨਾ ਰਵੀ ਦੀ ਸਕੀ ਬੇਟੀ ਨਾ ਹੋਵੇ। ਇੰਨੇ ਨੂੰ ਰਾਤ ਦਾ 1 ਵੱਜ ਗਿਆ ਤੇ ਦਰਵਾਜ਼ੇ ਤੇ ਕੋਈ ਆਇਆ। ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰੀਨਾ ਅਤੇ ਰਵੀ ਖੜੇ ਸੀ। ਨਾਲ ਉਹਨਾਂ ਦੀ ਅਧੇੜ ਉਮਰ ਦੀ ਔਰਤ ਖੜੀ ਸੀ ਜੋ ਤਕਰੀਬਨ 40 ਸਾਲ ਦੀ ਸੀ। ਚਿਹਰੇ ਤੇ ਕਾਫੀ ਜ਼ਿਆਦਾ ਝੁਰੜੀਆਂ ਸੀ। ਉਹ ਉਦਾਸ ਅਤੇ ਬਿਮਾਰ ਦਿਖਾਈ ਦੇ ਰਹੀ ਸੀ। ਰਵੀ ਆਪਣੇ ਕਮਰੇ ਵਿੱਚ ਚਲਾ ਗਿਆ। ਰੀਨਾ ਤੇ ਉਹ ਔਰਤ ਦੂਜੇ ਕਮਰੇ ਵਿੱਚ ਚਲੀਆਂ ਗਈਆਂ। ਮੈਂ ਉਹਨਾਂ ਦੀਆਂ ਗੱਲਾਂ ਸੁਣਨ ਲਈ ਪਿੱਛੇ ਚਲੀ ਗਈ। ਰੀਨਾ ਅਤੇ ਉਹ ਔਰਤ ਇੱਕ ਦੂਜੇ ਨੂੰ ਲਿਪਟ ਕੇ ਰੋ ਰਹੀਆਂ ਸੀ। ਮੈਂ ਉਹਨਾਂ ਨੂੰ ਛੱਡ ਕੇ ਰਵੀ ਕੋਲ ਆ ਗਈ। ਰਵੀ ਮੇਰੇ ਨਾਲ ਬਹੁਤ ਜ਼ਿਆਦਾ ਨਾਰਾਜ਼ ਸੀ। ਫਿਰ ਮੈਂ ਕਿਚਨ ਵਿੱਚ ਆ ਗਈ। ਰੀਨਾ ਵੀ ਉੱਥੇ ਆ ਕੇ ਨਾਸ਼ਤਾ ਬਣਾਉਣ ਲੱਗੀ। ਮੈਨੂੰ ਕਿਹਾ, ਮੇਰੇ ਨਾਲੋਂ ਜਲਦੀ ਨਾਸ਼ਤਾ ਬਣਾ ਦਿਓ। ਉਹਨਾਂ ਦੀ ਹਾਲਤ ਠੀਕ ਨਹੀਂ। ਮੈਂ ਪੁੱਛਿਆ, ਕਿਸ ਦੀ ਹਾਲਤ ਠੀਕ ਨਹੀਂ? ਤਾਂ ਰੀਨਾ ਨੇ ਕਿਹਾ, ਚੁੱਪ ਕਰਕੇ ਜਲਦੀ ਨਾਸ਼ਤਾ ਤਿਆਰ ਕਰਵਾਓ। ਉਹ ਜਲਦੀ ਨਾਸ਼ਤਾ ਅਤੇ ਚਾਹ ਆਪਣੇ ਕਮਰੇ ਵਿੱਚ ਲੈ ਗਈ। ਫਿਰ 2 ਮਿੰਟਾਂ ਬਾਅਦ ਉਸਦੇ ਕਮਰੇ ਵਿੱਚ ਚੀਕਣ ਦੀਆਂ ਆਵਾਜ਼ਾਂ ਆਈਆਂ।
ਮੈਂ ਭੱਜ ਕੇ ਗਈ ਤਾਂ ਦੇਖਿਆ ਕਿ ਉਸ ਔਰਤ ਦੇ ਸੀਨੇ ਉੱਤੇ ਸਿਰ ਰੱਖ ਕੇ ਰੋ ਰਹੀ ਸੀ। ਉਸ ਔਰਤ ਦਾ ਚਿਹਰਾ ਇੱਕ ਪਾਸੇ ਝੁਕਿਆ ਹੋਇਆ ਸੀ, ਉਸਦੀਆਂ ਅੱਖਾਂ ਪੱਥਰ ਹੋ ਗਈਆਂ ਸੀ। ਉਹ ਇਸ ਦੁਨੀਆ ਵਿੱਚ ਨਹੀਂ ਰਹੀ। ਮੈਂ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ। ਉਹ ਔਰਤ ਮਰ ਚੁੱਕੀ ਸੀ। ਉਹ ਜ਼ਿੰਦਗੀ ਦੇ ਸਾਹ ਪੂਰੇ ਕਰ ਚੁੱਕੀ ਸੀ। ਮੈਂ ਜਾ ਕੇ ਰਵੀ ਨੂੰ ਦੱਸਿਆ ਤਾਂ ਰਵੀ ਨੇ ਗੁੱਸੇ ਵਿੱਚ ਕਿਹਾ, ਉਸ ਔਰਤ ਬਾਰੇ ਮੇਰੇ ਕੋਲ ਕੋਈ ਗੱਲ ਨਾ ਕਰ। ਰੀਨਾ ਨੂੰ ਵੀ ਚੀਕਣ ਨਾ ਦੇ, ਬਲਕਿ ਰੀਨਾ ਨੂੰ ਸਬਰ ਕਰਨ ਨੂੰ ਕਿਹਾ। ਮੈਂ ਹੈਰਾਨ ਹੋਈ ਕਿ ਰਵੀ ਇਸ ਔਰਤ ਦੀ ਮੌਤ ਦੀ ਖਬਰ ਸੁਣ ਕੇ ਵੀ ਨਾਰਮਲ ਸੀ। ਥੋੜੀ ਦੇਰ ਬਾਅਦ ਰਵੀ ਘਰ ਆਇਆ। ਉਹਨਾਂ ਦੇ ਨਾਲ 2-3 ਲੋਕ ਹੋਰ ਸੀ। ਉਹਨਾਂ ਨੇ ਇਸ ਔਰਤ ਨੂੰ ਚੁੱਕਿਆ ਅਤੇ ਰਵੀ ਆਪਣੀ ਗੱਡੀ ਵਿੱਚ ਪਾ ਕੇ ਕਿਧਰੇ ਲੈ ਗਏ। ਰੀਨਾ ਨੂੰ ਉਸ ਕਮਰੇ ਵਿੱਚ ਫਿਰ ਤੋਂ ਬੰਦ ਕਰ ਦਿੱਤਾ ਗਿਆ। ਮੈਨੂੰ ਰੀਨਾ ਤੇ ਬਹੁਤ ਤਰਸ ਆ ਰਿਹਾ ਸੀ। ਲੱਗਦਾ ਸੀ ਕਿ ਉਸ ਔਰਤ ਨਾਲ ਰੀਨਾ ਦਾ ਗਹਿਰਾ ਰਿਸ਼ਤਾ ਸੀ। ਮੇਰੀ ਹਾਲਤ ਵੀ ਇਸ ਨੂੰ ਦੇਖ ਕੇ ਬਹੁਤ ਰੋ ਰਹੀ ਸੀ, ਕਿਉਂਕਿ ਇਹ ਦੋਨੋਂ ਹੀ ਮੇਰੇ ਕੋਲੋਂ ਗੱਲਾਂ ਛੁਪਾ ਰਹੇ ਸਨ। 3 ਦਿਨ ਤੋਂ ਘਰ ਵਿੱਚ ਮਾਯੂਸੀ ਛਾਈ ਹੋਈ ਸੀ। ਮੈਂ ਰੀਨਾ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੇਰੇ ਨਾਲ ਲਿਪਟ ਕੇ ਰੋਣ ਲੱਗੀ। ਮੈਂ ਪੁੱਛਿਆ, ਕੀ ਹੋਇਆ ਮੇਰੀ ਬੱਚੀ? ਤੂੰ ਤੇ ਰਵੀ ਤੇ ਮੈਨੂੰ ਕੁਝ ਕਿਉਂ ਨਹੀਂ ਦੱਸਦੇ? ਉਹ ਔਰਤ ਕੌਣ ਸੀ? ਤੇ ਰੀਨਾ ਨੇ ਰੋ ਰੋ ਕੇ ਦੱਸਿਆ ਕਿ ਉਹ ਔਰਤ ਮੇਰੀ ਮਾਂ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਰਵੀ ਨੇ ਮੇਰੇ ਨਾਲ ਇਹ ਕਹਿ ਕੇ ਵਿਆਹ ਕਰਵਾਇਆ ਸੀ ਕਿ ਇਸਦੀ ਪਹਿਲੀ ਪਤਨੀ ਮਰ ਚੁੱਕੀ ਸੀ। ਮੇਰੇ ਦਿਲ ਤੇ ਵੀ ਗਹਿਰਾ ਸਦਮਾ ਲੱਗਿਆ, ਪਰ ਉਸ ਵਕਤ ਰੀਨਾ ਨੂੰ ਸੰਭਾਲਣਾ ਬਹੁਤ ਜ਼ਰੂਰੀ ਸੀ। ਹੀਵਾ ਨੇ ਰੋ ਰੋ ਕੇ ਅੱਖਾਂ ਦੇ ਹੇਠਾਂ ਕਾਲੇ ਨਿਸ਼ਾਨ ਪੈ ਚੁੱਕੇ ਸੀ। ਜਦੋਂ ਰਵੀ ਘਰ ਆਏ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਤੋਂ ਇੰਨੀ ਵੱਡੀ ਗੱਲ ਛੁਪਾਈ। ਤਾਂ ਉਹਨਾਂ ਨੇ ਕਿਹਾ, ਮੈਂ ਤੇਰੇ ਤੋਂ ਛੁਪਾਉਣਾ ਨਹੀਂ ਚਾਹੁੰਦਾ ਸੀ, ਲੇਕਿਨ ਸਮੱਸਿਆ ਹੀ ਕੁਝ ਅਜਿਹੀ ਸੀ। ਮੈਂ ਉਸ ਔਰਤ ਤੋਂ ਬਹੁਤ ਨਫ਼ਰਤ ਕਰਦਾ ਸੀ ਜਿਸ ਨੇ ਮੇਰੀ ਬੇਟੀ ਦਾ ਖਿਆਲ ਨਹੀਂ ਕੀਤਾ ਅਤੇ ਆਪਣੇ ਵਿਆਹ ਤੋਂ ਕੁਝ ਮਹੀਨੇ ਬਾਅਦ ਆਪਣੇ ਕੋਠੇ ਚਲੀ ਗਈ। ਮੈਂ ਇੱਜ਼ਤ ਨਾਲ ਉਸਨੂੰ ਵਿਆਹ ਕੇ ਆਪਣੇ ਘਰ ਲਿਆਇਆ ਸੀ। ਮੈਂ ਉਸ ਔਰਤ ਨੂੰ ਇੰਨੀ ਇੱਜ਼ਤ ਦਿੱਤੀ, ਦੁਨੀਆ ਦੀ ਦੌਲਤ ਉਸਦੇ ਪੈਰਾਂ ਵਿੱਚ ਰੱਖ ਦਿੱਤੀ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ। ਮੈਂ ਉਸਨੂੰ ਇਸ ਸਮਾਜ ਵਿੱਚ ਇੱਜ਼ਤ ਨਾਲ ਰਹਿਣ ਦਾ ਮੌਕਾ ਦਿੱਤਾ। ਉਸਨੇ ਆਪ ਹੀ ਆਪਣੀ ਬੇਟੀ ਦਾ ਖਿਆਲ ਨਾ ਕੀਤਾ। ਉਸਨੂੰ ਵੀ ਆਪਣੇ ਇਸ ਹਵਸ ਦੇ ਸ਼ਿਕਾਰ ਵਿੱਚ ਧਰਨਾ ਚਾਹਿਆ। ਮੇਰੀ ਬੇਟੀ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ, ਪਰ ਉਹ ਉਸ ਤਰ੍ਹਾਂ ਨਹੀਂ ਬਣਨਾ ਚਾਹੁੰਦੀ ਸੀ। ਉਹ ਹਮੇਸ਼ਾ ਆਪਣੀ ਮਾਂ ਨੂੰ ਲੱਭਦੀ। ਇੱਕ ਵਾਰ ਪਤਾ ਨਹੀਂ ਕਿਹੜੇ ਕਮਬਖ਼ਤ ਨੌਕਰ ਨੇ ਉਸਨੂੰ ਦੱਸ ਦਿੱਤਾ ਕਿ ਇਸਦੀ ਮਾਂ ਬੇਚਾਰੂ ਔਰਤ ਆ। ਮੇਰੀ ਬੇਟੀ ਉਸ ਆਦਮੀ ਦੀਆਂ ਮਿੰਨਤਾਂ ਕਰਨ ਲੱਗੀ ਕਿ ਇਸਦੇ ਜ਼ਰੀਏ ਉਹ ਆਪਣੀ ਮਾਂ ਤੱਕ ਪਹੁੰਚ ਗਈ। ਉਸਦੀ ਮਾਂ ਉਸਨੂੰ ਰਾਤ ਨੂੰ ਖਾਣੇ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਦਿੰਦੀ। ਉਹ ਸੌਂ ਜਾਂਦੀ। ਉਸ ਤੋਂ ਬਾਅਦ ਪਤਾ ਨਹੀਂ ਉਸ ਨਾਲ ਕੀ ਕਰਵਾਉਂਦੀ। ਮੈਨੂੰ ਪਤਾ ਲੱਗ ਗਿਆ। ਮੈਂ ਉਸਨੂੰ ਘਰ ਲੈ ਆਇਆ। ਘਰੇ ਲਿਆ ਕੇ ਮੈਂ ਉਸਨੂੰ ਜਿੰਦਾ ਲਾ ਕੇ ਹੀ ਰੱਖਿਆ। ਉਹ ਤਾਂ ਸ਼ੁਕਰ ਉਸ ਦਿਨ ਤੈਨੂੰ ਵੀ ਪਤਾ ਲੱਗ ਗਿਆ ਕਿ ਮੈਂ ਮੌਕੇ ਤੇ ਪਹੁੰਚ ਗਿਆ। ਮੈਂ ਉਸਨੂੰ ਉੱਥੋਂ ਜ਼ਬਰਦਸਤੀ ਲੈ ਕੇ ਆਇਆ। ਉੱਥੋਂ ਆਉਣ ਨੂੰ ਇਹ ਵੀ ਤਿਆਰ ਨਹੀਂ ਸੀ ਤਾਂ ਉਸ ਕਮਬਖ਼ਤ ਔਰਤ ਨੂੰ ਵੀ ਆਉਣਾ ਪਿਆ, ਜਿਸ ਨੂੰ ਸਾਨੂੰ ਦੋਨਾਂ ਬਾਪ ਬੇਟੀ ਨੂੰ ਬਰਬਾਦ ਕੀਤਾ ਸੀ। ਉਸ ਔਰਤ ਦੀ ਇਹ ਸਜ਼ਾ ਸੀ। ਪਤਾ ਨਹੀਂ ਉਹ ਕਿਹੜੀ ਬਿਮਾਰੀ ਦਾ ਸ਼ਿਕਾਰ ਹੋ ਗਈ। ਰੱਬ ਦਾ ਸ਼ੁਕਰ ਹੈ ਮੇਰਾ ਤੇ ਮੇਰੀ ਬੇਟੀ ਦਾ ਉਸ ਔਰਤ ਤੋਂ ਛੁਟਕਾਰਾ ਹੋ ਗਿਆ। ਹੁਣ ਮੈਂ ਰੀਨਾ ਦੇ ਮੂੰਹ ਚੋਂ ਉਸ ਔਰਤ ਦਾ ਨਾਮ ਹੀ ਨਹੀਂ ਸੁਣਨਾ ਚਾਹੁੰਦਾ। ਇਹ ਜ਼ਿੰਮੇਵਾਰੀ ਤੇਰੀ ਆ। ਰਵੀ ਨੇ ਇਹ ਕਹਿ ਕੇ ਮੇਰੇ ਮੋਢਿਆਂ ਤੇ ਬਹੁਤ ਵੱਡਾ ਬੋਝ ਰੱਖ ਦਿੱਤਾ। ਮੈਂ ਅੱਜ ਵੀ ਇਸ ਕਸ਼ਮਕਸ਼ ਵਿੱਚ ਹਾਂ। ਮੈਂ ਉਸਦੇ ਦਿਲ ਵਿੱਚ ਆਪਣੀ ਜਗ੍ਹਾ ਕਿਵੇਂ ਬਣਾਵਾਂ? ਉਸਦੇ ਦਿਲ ਵਿੱਚ ਆਪਣੀ ਮਾਂ ਲਈ ਮੁਹੱਬਤ ਸੀ, ਪਰ ਉਹ ਮੈਨੂੰ ਆਪਣਾ ਦੁਸ਼ਮਣ ਸਮਝਦੀ ਸੀ। ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ। ਕੱਲ੍ਹ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।